ਕਾਰਜੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ। ਰਹਿਮਤ ਦੇ ਘਰ ਆਏ ਨੇ ਅਕਾਲ ਪੁਰਖ, ਜੋ ਕਿ ਸਾਨੂੰ ਪਰਮਾਤਮਾ ਨੇ ਅੰਮ੍ਰਿਤ ਵੇਲੇ ਦੇ ਦਰਸ਼ਨ ਬਖਸ਼ਿਸ਼ ਕੀਤੇ ਨੇ। ਸਾਹਿਬੇ ਕਮਾਲ, ਪੁੱਤਰਾਂ ਦੇ ਦਾਨੀ, ਸਰਵੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜੋ ਮਹਾਰਾਜਿਆਂ ਦਾ ਪਾਵਨ ਪਵਿੱਤਰ ਇਤਿਹਾਸ ਲੜੀਵਾਰ ਆਪਾਂ ਸਾਰੀਆਂ ਸੰਗਤਾਂ ਰਲ ਮਿਲ ਕੇ ਕੁਛ ਵਿਚਾਰਾਂ ਕਰਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪਣੇ ਰਚੇ ਹੋਏ ਕੌਤਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਪਰਿਵਾਰ 3 ਜਗ੍ਹਾ 'ਤੇ ਵਿਛੜ ਚੁੱਕਿਆ ਹੈ। ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਮਹਿਲ ਦਿੱਲੀ ਵੱਲ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਅਲੱਗ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡੇ ਸਾਹਿਬਜ਼ਾਦੇ ਉਹ ਅਲੱਗ ਹਨ। ਇੱਕੋ ਪਰਿਵਾਰ ਦੇ ਜੀ 3 ਜਗ੍ਹਾ 'ਤੇ ਵਿਛੜ ਚੁੱਕੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜੇ ਦੇ ਜੰਗਲ ਵਿੱਚ ਟਿੰਡ ਦਾ ਸਿਰਹਾਣਾ ਲਾ ਕੇ ਸੁੱਤੇ ਪਏ ਨੇ। ਕੁਛ ਪਲ ਗੁਰੂ ਸਾਹਿਬ ਜੀ ਮਹਾਰਾਜ ਸੁੱਤੇ ਹਨ। ਜਿਸ ਤਰ੍ਹਾਂ ਸਿੰਘਾਂ ਦਾ ਜਦੋਂ ਹੁਕਮ ਮੰਨ ਕੇ ਚਮਕੌਰ ਦੀ ਗੜੀ ਛੱਡੀ ਸੀ ਮਹਾਰਾਜ ਨੇ, ਉੱਥੇ ਸਿੰਘਾਂ ਨੂੰ ਵਚਨ ਕੀਤੇ ਸਨ। ਕਹਿਣ ਲੱਗੇ, ਜਦ ਵੀ ਸਾਨੂੰ ਤੁਸੀਂ ਕੱਲ੍ਹ ਦੇ ਦਿਨ ਵਿੱਚ ਮਿਲੋਗੇ, ਜਿੱਥੇ ਤਾਰਿਆਂ ਦਾ ਮਿਲਾਪ ਹੁੰਦਾ ਹੋਇਆ ਉਸ ਜਗ੍ਹਾ 'ਤੇ ਤੁਸੀਂ ਪਹੁੰਚ ਜਾਣਾ, ਅਸੀਂ ਤੁਹਾਨੂੰ ਮਿਲ ਜਾਵਾਂਗੇ ਪੂਰੀ ਦਿਸ਼ਾ। ਕਿਉਂਕਿ ਪੁਰਾਤਨ ਸਮਿਆਂ ਦਾ ਜਿਹੜਾ ਜ਼ਮਾਨਾ ਹੁੰਦਾ ਸੀ, ਉਹ ਦਿਨ ਅਤੇ ਰਾਤ ਨੂੰ ਨਾਪਿਆ ਤੋਲਿਆ ਜਾਂਦਾ ਸੀ। ਚੰਦਰਮਾ, ਸੂਰਜ, ਤਾਰਿਆਂ ਇਹਨਾਂ ਦੀਆਂ ਨਿਸ਼ਾਨੀਆਂ ਦੇ ਨਾਲ ਨਾਪੇ ਤੋਲੇ ਜਾਂਦੇ ਸਨ। ਰਾਤ ਦਾ ਜਿਹੜਾ ਸਮਾਂ ਨਾਪਿਆ ਤੋਲਿਆ ਜਾਂਦਾ ਸੀ, ਰਾਤ ਦੇ ਕਿਤਨੇ ਪਹਿਰ ਲੰਘ ਗਏ ਨੇ, ਕਿਤਨੇ ਹਜੇ ਬਾਕੀ ਨੇ, ਇਹ ਸਾਰੇ ਚੰਦਰਮਾ, ਤਾਰੇ, ਨਛੱਤਰ ਗ੍ਰਹਿਆਂ ਦੇ ਹਿਸਾਬ ਦੇ ਨਾਲ ਹੀ ਨਾਪੇ ਤੋਲੇ ਜਾਂਦੇ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸਿੰਘਾਂ ਨੂੰ ਜਿਵੇਂ ਬਚਨ ਕੀਤਾ ਸੀ, ਤੇ ਸਿੰਘ ਵੀ ਅੰਮ੍ਰਿਤ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਪਹੁੰਚ ਗਏ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਸੁੱਤੇ ਨੇ। ਮੇਲ ਮਿਲਾਪ ਹੋਇਆ, ਫਤਿਹ ਦੀ ਸਾਂਝ ਹੋਈ। ਉਸ ਜਗ੍ਹਾ 'ਤੇ ਇੱਕ ਮਾਤਾ ਆਪਣੇ ਘਰ ਦੇ ਵਿੱਚ ਲੰਮੇ ਟਾਈਮ ਤੋਂ ਲੈ ਕੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਵਾਸਤੇ ਇੱਕ ਬਸਤਰ ਮਾਤਾ ਨੇ ਤਿਆਰ ਕੀਤਾ ਹੋਇਆ ਸੀ, ਜਿਸ ਨੂੰ ਇਤਿਹਾਸਕਾਰ ਲਿਖਦੇ ਨੇ ਕਿ ਚੋਲਾ ਸਾਹਿਬ। ਮਾਤਾ ਨੇ ਲੰਮੇ ਟਾਈਮ ਤੋਂ ਲੈ ਕੇ ਤਿਆਰ ਕੀਤਾ ਸੀ, ਪਰ ਕੁਛ ਕਾਰਨਾਂ ਕਰਕੇ ਮਾਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਕੋਲ ਅਪਣਾ ਨਹੀਂ ਸਕੇ ਸਨ।
ਪਰ ਉਸ ਬੁੱਢੀ ਮਾਤਾ ਦੀ ਇੱਕ ਅਰਦਾਸ ਸੀ ਕਿ ਐ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਜੇ ਕਦੀ ਆਪ ਜੀ ਕਿਰਪਾ ਕਰੋ, ਮੇਰੀ ਅਰਦਾਸ ਤੁਹਾਡੇ ਚਰਨਾਂ ਵਿੱਚ ਪ੍ਰਵਾਨ ਹੋਵੇ ਕਿ ਇਸ ਤੋਂ ਪਹਿਲਾਂ ਮੇਰੇ ਸਵਾਸ ਬਤੀਤ ਹੋ ਜਾਣ। ਜਿਹੜਾ ਬਸਤਰ ਮੈਂ ਤੁਹਾਡੇ ਵਾਸਤੇ ਤਿਆਰ ਕਰੀ ਬੈਠੀ ਹਾਂ, ਮੇਰੀ ਆਪਣੀ ਇੱਛਾ ਹੈ ਕਿ ਇਹ ਬਸਤਰ ਮੈਂ ਆਪਣੇ ਹੱਥਾਂ ਦੇ ਨਾਲ ਤੁਹਾਨੂੰ ਦੇਵਾਂ, ਅਤੇ ਮੇਰੀ ਇਹ ਇੱਛਾ ਆਪ ਜੀ ਕਿਰਪਾ ਕਰਕੇ ਜ਼ਰੂਰ ਪੂਰੀ ਕਰੋਗੇ। ਉਹ ਮਾਤਾ ਦੀ ਅਰਦਾਸ ਪਹੁੰਚ ਗਈ ਮਹਾਰਾਜ ਦੇ ਚਰਨਾਂ ਵਿੱਚ। ਭਾਵੇਂ ਕਿਸੇ ਵੀ ਲਿਬਾਸ ਦੇ ਵਿੱਚ ਪਹੁੰਚੇ ਨੇ, ਪਰ ਗੁਰੂ ਸਾਹਿਬ ਜੀ ਮਹਾਰਾਜ ਪਹੁੰਚ ਗਏ ਨੇ। ਮਾਤਾ ਨੂੰ ਪਤਾ ਲੱਗਿਆ, ਮਾਤਾ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਵਾਸਤੇ ਬਸਤਰ ਲੈ ਕੇ ਹਾਜ਼ਰ ਹੋਈ। ਮਹਾਰਾਜ ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ ਕਿ ਰਹਿਮਤਾਂ ਦੇ ਘਰ ਆਏ ਹੋ ਤੁਸੀਂ। ਮੈਂ ਲੰਮੇ ਟਾਈਮ ਤੋਂ ਲੈ ਕੇ ਬਸਤਰ ਤਿਆਰ ਕਰੀ ਬੈਠੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਉਹ ਬਸਤਰ ਮਾਤਾ ਨੇ ਅਰਪਣ ਕੀਤੇ ਨੇ। ਪਰ ਇਹ ਬਸਤਰ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਲੈ ਲਏ, ਅਤੇ ਕੋਲ ਹੀ ਉੱਥੇ ਇੱਕ ਲਲਾਰੀ ਵੀ ਰਹਿੰਦਾ ਸੀ, ਜੋ ਆਪਣੀ ਪਰਿਵਾਰਕ ਤੌਰ 'ਤੇ ਧਨ ਦੇ ਵਿਸ਼ੇ 'ਤੇ ਬਹੁਤ ਗਰੀਬ ਮਨੁੱਖ ਸੀ। ਗੁਰੂ ਸਾਹਿਬ ਜੀ ਮਹਾਰਾਜ ਉਸ ਲਲਾਰੀ ਨੂੰ ਕਹਿਣ ਲੱਗੇ, ਕਹਿੰਦੇ ਇਸ ਨੂੰ, ਇਹ ਜਿਹੜਾ ਮਾਤਾ ਨੇ ਚੋਲਾ ਬਣਾ ਕੇ ਲੈ ਕੇ ਆਂਦਾ ਨਾ, ਇਸ ਬਸਤਰ ਨੂੰ ਤੂੰ ਰੰਗ ਕਰ ਦੇ। ਤੂੰ ਲਲਾਰੀ ਹੈ ਨਾ, ਤੂੰ ਅਨੇਕਾਂ ਬਸਤਰਾਂ ਨੂੰ ਅਨੇਕਾਂ ਤਰ੍ਹਾਂ ਦੇ ਰੰਗ ਦਿੰਦਾ, ਸਾਡਾ ਵੀ ਇੱਕ ਤੋਂ ਚੋਲਾ ਰੰਗ ਕੇ ਦੇ ਦੇ। ਉਹ ਲਲਾਰੀ ਨੇ ਹੱਥ ਜੋੜੇ ਨੇ ਕਿ ਐ ਗੁਰੂ ਸਾਹਿਬ ਜੀ ਮਹਾਰਾਜ, ਮੇਰੀ ਇੱਛਾ ਤਾਂ ਹੈ ਕਿ ਮੈਂ ਤੁਹਾਡਾ ਚੋਲਾ ਰੰਗ ਕੇ ਦੇ ਦੇਵਾਂ, ਪਰ ਮੈਂ ਇਸ ਮਟਕੇ ਦੇ ਵਿੱਚ ਲੰਮੇ ਟਾਈਮ ਤੋਂ ਲੈ ਕੇ ਕੋਈ ਰੰਗ ਨਹੀਂ ਪਾ ਸਕਿਆ। ਮੇਰੇ ਘਰ ਦੇ ਵਿੱਚ ਅਤੀ ਗਰੀਬੀ ਹੈ। ਜਿਹੜੇ ਮਟਕੇ ਦੇ ਵਿੱਚ ਮੈਂ ਰੰਗ ਨਹੀਂ ਪਾਇਆ, ਤੇ ਤੁਹਾਡੇ ਬਸਤਰ ਨੂੰ ਮੈਂ ਕਿਸ ਤਰ੍ਹਾਂ ਰੰਗ ਦੇ ਦੇਵਾਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਐ ਲਲਾਰੀ, ਤੇਰੀ ਭਾਵਨਾ ਅਕਾਲ ਪੁਰਖ ਪ੍ਰਤੀ ਬੜੀ ਸ਼ਰਧਾ ਬੜੀ ਹੈ, ਤੇਰੇ ਕੋਲ ਤੇਰੀ ਭਾਵਨਾ ਬੜੀ ਹੈ। ਘਰ 'ਚੋਂ ਭਾਵੇਂ ਤੂੰ ਅਤੀ ਗਰੀਬ ਹੈ, ਦੁਨੀਆ ਕਹਿੰਦੀ ਹੈ, ਪਰ ਜਿਹੜੇ ਤੇਰੇ ਅੰਦਰ ਦੀ ਭਾਵਨਾ, ਫਲ ਇਸ ਨੂੰ ਲੱਗਣਾ ਹੈ। ਮਨੁੱਖ ਭਾਵੇਂ ਕਿੱਡਾ ਵੀ ਧਨਵਾਨ ਕਿਉਂ ਨਾ ਹੋਵੇ, ਮਨੁੱਖ ਦੀ ਜਿਹੜੀ ਸੋਚਣੀ ਨੂੰ ਫਲ ਲੱਗਦਾ ਕਿ ਮਨੁੱਖ ਸੋਚਦਾ ਕੀ ਹੈ, ਇਹਦੀ ਸੋਚ ਕੀ ਹੈ, ਉਹਨੂੰ ਫਲ ਲੱਗਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ, ਤੇਰੀ ਭਾਵਨਾ ਬੜੀ ਹੈ। ਕਹਿਣ ਲੱਗਿਆ, ਮਹਾਰਾਜ ਗਰੀਬੀ ਹੋਣ ਕਾਰਨ ਕਰਕੇ ਮੈਂ ਮਟਕੇ ਦੇ ਵਿੱਚ ਕੁਛ ਰੰਗ ਨਹੀਂ ਪਾ ਸਕਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਚਲੋ ਇੰਜ ਕਰ, ਇਸ ਮਟਕੇ ਦੇ ਵਿੱਚ ਤੂੰ ਪਾਣੀ ਪਾ ਲੈ। ਜਿਵੇਂ ਹੁਕਮ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੋਇਆ, ਤੇ ਉਹਨੇ ਮਟਕੇ ਵਿੱਚ ਪਾਣੀ ਪਾ ਲਿਆ। ਇਸ ਨੂੰ ਢੱਕ ਦੇ, ਢੱਕ ਵੀ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਹੁਣ ਇਸ ਦਾ ਢੱਕਣ ਚੁੱਕ ਕੇ ਪਾਸੇ ਕਰ ਦੇ।
ਆਪਣੀਆਂ ਅੱਖਾਂ ਮੀਟ ਕੇ ਅਕਾਲ ਪੁਰਖ ਨੂੰ ਧਿਆ ਕੇ ਇਹ ਸਾਡਾ ਬਸਤਰ ਤੂੰ ਮਟਕੇ ਦੇ ਵਿੱਚ ਪਾ ਦੇ। ਜਿਹੋ ਜਿਹਾ ਸੰਕਲਪ ਤੂੰ ਆਪਣੇ ਮਨ ਵਿੱਚ ਬਣਾਏਗਾ ਕਿ ਇਸ ਚੋਲੇ ਨੂੰ ਇਹੋ ਜਿਹਾ ਰੰਗ ਹੋਵੇ, ਉਹੋ ਜਿਹਾ ਰੰਗ ਇਹਨੂੰ ਆ ਜਾਵੇਗਾ। ਮਹਾਰਾਜ ਆਪ ਜੀ ਦਾ ਕੀ ਹੁਕਮ ਹੈ ਕਿ ਕਿਹੋ ਜਿਹਾ ਰੰਗ ਹੋਣਾ ਚਾਹੀਦਾ ਹੈ? ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਲਲਾਰੀ ਜੀ ਇਸ ਨੂੰ ਤੁਸੀਂ ਨੀਲਾ ਰੰਗ ਕਰ ਦਿਓ। ਕਹਿਣ ਲੱਗੇ ਜੀ ਜੋ ਆਪ ਜੀ ਦਾ ਹੁਕਮ ਹੈ। ਪਰਮੇਸ਼ਰ ਦਾ ਹੁਕਮ ਮੰਨ ਕੇ ਉਸ ਲਲਾਰੀ ਨੇ ਮਟਕੇ ਵਿੱਚ ਪਾਣੀ ਪਾਇਆ। ਮਟਕੇ ਦੇ ਉੱਪਰ ਚੋਲਾ ਸਾਹਿਬ ਦੋਨੇ ਹੱਥਾਂ ਦੇ ਨਾਲ ਪਕੜਿਆ, ਅੱਖਾਂ ਮੀਟ ਕੇ ਅਕਾਲ ਪੁਰਖ ਦੀ ਆਰਾਧਨਾ ਕਰ ਰਿਹਾ। ਮਹਾਰਾਜ ਕਿਰਪਾ ਕਰ ਦਿਓ ਕਿ ਇਸ ਬਸਤਰ ਨੂੰ ਨੀਲਾ ਰੰਗ ਆ ਜਾਵੇ। ਇਤਨੀ ਅਰਦਾਸ ਬੇਨਤੀ ਭਾਵਨਾਵਾਂ ਦੇ ਨਾਲ ਕੀਤੀ ਹੈ ਕਿ ਉਹ ਚੋਲਾ ਸਾਹਿਬ ਮਟਕੇ ਦੇ ਵਿੱਚ ਪਾਇਆ। ਕੁਛ ਵਕਤ ਵਾਸਤੇ ਉਸ ਦਾ ਢੱਕਣ ਲਗਾ ਦਿੱਤਾ। ਜਦੋਂ ਉਹ ਚੋਲਾ ਸਾਹਿਬ ਕੱਢਿਆ, ਸੱਚਮੁੱਚ ਦੇਖਿਆ ਲਲਾਰੀ ਨੇ ਕਿ ਅੱਜ ਤੱਕ ਜ਼ਿੰਦਗੀ ਦੇ ਵਿੱਚ ਬੜੇ ਬਸਤਰ ਰੰਗੇ ਨੇ, ਪਰ ਜਿਹੜਾ ਅੱਜ ਰੰਗ ਇਸ ਚੋਲੇ ਨੂੰ ਚੜ੍ਹਿਆ ਮੈਥੋਂ ਅੱਜ ਤੱਕ ਕਦੇ ਨਹੀਂ ਪਹਿਲੇ ਚੜ੍ਹਿਆ ਸੀ। ਹੁਕਮ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੰਨਿਆ। ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਉਹ ਚੋਲਾ ਸਾਹਿਬ ਪਹਿਨਿਆ। ਲਲਾਰੀ ਨੂੰ ਬਚਨ ਕੀਤੇ ਕਿ ਐ ਲਲਾਰੀਆ, ਇਸ ਮਟਕੇ ਦਾ ਜਿਹੜਾ ਢੱਕਣ ਹੈ ਲਾ ਕੇ ਰੱਖੀ। ਅੱਜ ਤੋਂ ਬਾਅਦ ਜਿੰਨਾ ਟਾਈਮ ਤੋਂ ਬਸਤਰਾਂ ਨੂੰ ਰੰਗ ਕਰੇਗਾ ਨਾ, ਓਨਾ ਟਾਈਮ ਤੈਨੂੰ ਇਸ ਮਟਕੇ ਦੇ ਵਿੱਚ ਰੰਗ ਪਾਉਣ ਦੀ ਜ਼ਰੂਰਤ ਨਹੀਂ ਪੈਣੀ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰ ਹੈ, ਘਰ ਹੈ। ਜਿਹੜਾ ਘਰ ਤੇ ਦਰ ਪਰਮੇਸ਼ਰ ਦਾ ਮਨੁੱਖ ਦੀ ਜ਼ਿੰਦਗੀ ਨੂੰ ਐਸੀ ਰੰਗਤ ਚੜ੍ਹਾ ਦਿੰਦਾ ਹੈ ਕਿ ਦੁਬਾਰਾ ਇਸ ਨੂੰ ਹੋਰ ਰੰਗ ਚੜ੍ਹਾਉਣ ਦੀ ਲੋੜ ਨਹੀਂ ਪੈਂਦੀ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ। ਐਸੀ ਰੰਗਤ ਚੜ੍ਹੀ ਹੈ, ਅੱਜ ਤੋਂ ਬਾਅਦ ਤੈਨੂੰ ਰੰਗ ਪਾਉਣ ਦੀ ਜ਼ਰੂਰਤ ਨਹੀਂ ਪੈਣੀ। ਸੋ ਜਦ ਵੀ ਕੋਈ ਉਹਦੇ ਕੋਲੇ ਆਇਆ ਕਰੇ, ਹੁਕਮ ਮੰਨਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਬਸਤਰ ਨੂੰ ਮਟਕੇ ਦੇ ਉੱਪਰ ਕਰਕੇ ਆਪਣੇ ਮਨ ਵਿੱਚ ਸੰਕਲਪ ਕਰ ਲਿਆ ਕਰੇ, ਜੈਸਾ ਮਨ ਵਿੱਚ ਫੁਰਨਾ ਕਰਿਆ ਕਰੇ ਵੈਸਾ ਰੰਗ ਉਹਨੂੰ ਹੁੰਦਾ ਰਿਹਾ। ਤੋ ਇਹ ਲਲਾਰੀ ਮਟਕੇ ਦੇ ਵਿੱਚੋਂ ਬਿਨਾਂ ਰੰਗ ਪਾਇਆ ਲੰਮੇ ਟਾਈਮ ਤੱਕ ਬਸਤਰਾਂ ਦੀ, ਲੋਕਾਂ ਦੇ ਬਸਤਰਾਂ ਦੀ ਸੇਵਾ ਕਰਦਾ ਰਿਹਾ। ਜਿੰਨਾ ਕਿ ਇਸ ਦੇ ਕੋਲ ਧਨ ਚਾਹੀਦਾ ਸੀ ਭੋਜਨ ਪਾਣੀ ਵਾਸਤੇ, ਦੇ ਪਰਿਵਾਰ ਵਾਸਤੇ, ਉਹਨਾਂ ਕੁ ਲੈ ਲੈਂਦਾ ਸੀ। ਬਾਕੀਆਂ ਨੂੰ ਇਹ ਧਨ ਛੱਡ ਦਿੰਦਾ ਹੁੰਦਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਇੰਜ ਇੱਕ ਮਾਤਾ ਨੂੰ ਤਾਰਿਆ, ਇਸ ਲਲਾਰੀ ਨੂੰ ਤਾਰਿਆ। ਕੀਤੇ ਹੋਏ ਵਾਅਦੇ ਗੁਲਾਬੇ ਤੇ ਪੰਜਾਬੇ ਦੇ ਨਾਲ ਵਾਅਦੇ ਪੱਕੇ ਪੂਰੇ ਕੀਤੇ। ਜੋ ਬਚਨ ਕਿਹਾ, ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਇੰਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਕੁਝ ਸਮਾਂ ਬਤੀਤ ਕੀਤਾ ਹੈ। ਤੋ ਇੱਧਰੋਂ ਜਦੋਂ ਦਿਨ ਚੜ੍ਹ ਗਿਆ ਸੀ ਚਮਕੌਰ ਦੀ ਗੜੀ ਦੇ ਵਿੱਚ, ਮੁਗਲ ਸਰਕਾਰਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਛੱਡ ਗਏ ਨੇ। ਚਮਕੌਰ ਦੀ ਗੜੀ ਛੱਡ ਗਏ ਨੇ ਤੇ ਇਹਨਾਂ ਨੇ ਜਿੰਨੀ ਚਮਕੌਰ ਦੀ ਗੜੀ ਦੇ ਫੌਜ ਲਾਈ ਸੀ, ਇਹਨਾਂ ਨੇ ਸਾਰੀਆਂ ਫੌਜਾਂ ਨੂੰ 10-10 ਹਜ਼ਾਰ ਬੰਦੇ ਦੀ ਟੁਕੜੀ ਦੇ ਵਿੱਚ ਵੰਡ ਲਿਆ ਸੀ। ਕੁਝ ਫੌਜ ਸੀ ਜਿਹੜੀ ਉਹ ਦਿੱਲੀ ਤੋਂ ਫਿਰ ਦੁਬਾਰਾ ਚੱਲੀ ਸੀ ਜਦੋਂ ਪਤਾ ਲੱਗਿਆ ਕਿ ਚਮਕੌਰ ਦੀ ਗੜੀ ਵਿੱਚੋਂ ਨਿਕਲ ਗਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਭਾਵੇਂ ਚਮਕੌਰ ਦੀ ਗੜੀ ਦੇ ਵਿੱਚ
9-10 ਲੱਖ ਫੌਜਾਂ ਨੇ ਘੇਰਾ ਪਾਇਆ ਸੀ, ਪਰ ਫਿਰ ਵੀ ਮੁਗਲ ਸਰਕਾਰ ਹਕੂਮਤ ਨਹੀਂ ਚਾਹੁੰਦੀ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਨਾ ਕਿਸੇ ਵਕਤ ਸਾਡੇ ਹੱਥੋਂ ਨਿਕਲੇ। ਫਿਰ ਦਿੱਲੀ ਤੋਂ ਕੂਚ ਕੀਤਾ ਸੀ, ਔਰੰਗਜ਼ੇਬ ਤੋਂ ਆਗਿਆ ਲੈ ਕੇ ਦਿਲਾਵਰ ਖਾਨ ਚੱਲਿਆ ਸੀ, ਕਿਉਂਕਿ ਉਹਨਾਂ ਨੂੰ ਇਹ ਸੀ ਕਿਤੇ ਫੌਜਾਂ ਘੱਟ ਨਾ ਹੋਣ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਹਮਣਾ ਵੀ ਹੋ ਜੇ ਤੇ ਪਕੜੇ ਵੀ ਨਾ ਜਾਣ, ਫੌਜਾਂ ਨਾ ਘੱਟ ਜਾਣ। ਦਿੱਲੀ ਤੋਂ ਕੂਚ ਕੀਤਾ, ਦਿਲਾਵਰ ਖਾਨ ਨੂੰ ਹੁਕਮ ਮਿਲਿਆ ਕਿ ਜਾ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਾ ਕੇ ਪਕੜ। ਪਰ ਦਿਲਾਵਰ ਖਾਨ ਸੀ ਜਿਹੜਾ, ਇਹ ਮਨੁੱਖਤਾ ਦੇ ਭਾਵੇਂ ਅਸੀਂ ਚਿਹਰਿਆਂ ਤੋਂ ਹੀ ਅੰਦਾਜ਼ੇ ਲਾਉਂਦੇ ਹਾਂ ਵੀ ਇਹ ਕਿਹੜੇ ਧਰਮ ਦਾ ਮਨੁੱਖ ਹੈ, ਪਰ ਮਨੁੱਖ ਦੇ ਧਰਮ ਦੇ ਵਿੱਚ ਅਸਲੀ ਪਹਿਚਾਣ ਤੇ ਉਹਦੀ ਸੋਚਣੀ ਅਤੇ ਉਹਦੀ ਅੰਦਰ ਦੀ ਕਰਨੀ ਤੋਂ ਪਤਾ ਲੱਗਦੀ ਹੈ। ਭਾਵੇਂ ਹੁਕਮ ਹੋਇਆ ਸੀ ਦਿਲਾਵਰ ਖਾਨ ਨੂੰ ਕਿ ਤੂੰ ਫੌਜਾਂ ਹੋਰ ਲੈ ਕੇ ਜਾ, ਕਿਉਂਕਿ ਜਦੋਂ ਪਤਾ ਲੱਗਿਆ ਸੀ ਕਿ ਰਾਤ ਹੀ ਚਮਕੌਰ ਦੀ ਗੜੀ ਵਿੱਚੋਂ ਨਿਕਲੇ ਹੈ, ਤੇ ਇਹਨਾਂ ਨੂੰ ਪਤਾ ਸੀਗਾ ਕਿ ਇਹ ਚਮਕੌਰ ਦੀ ਗੜੀ ਤੋਂ ਬਹੁਤਾ ਦੂਰ ਨਹੀਂ ਗਏ ਹੋਣਗੇ। ਇੰਜ ਇਹਨਾਂ ਨੇ 10-10 ਹਜ਼ਾਰ ਫੌਜ ਦੀ ਟੁਕੜੀ ਬਣਾ ਕੇ 4 ਚਫੇਰੇ ਜਿੰਨੇ ਚਮਕੌਰ ਦੀ ਗੜੀ ਦੇ ਨੇੜੇ ਤੇੜੇ ਸੀ, ਸਭ ਪਾਸੇ ਮੁਗਲ ਸਰਕਾਰਾਂ ਨੇ ਆਪਣੇ ਸਿਪਾਹੀ ਭੇਜਦੇ ਸਨ। ਤੇ ਦਿਲਾਵਰ ਖਾਨ ਉੱਥੋਂ ਚੱਲਿਆ ਸੀ, ਭਾਵੇਂ ਇਹ ਹੁਕਮ ਦਾ ਵੱਜਾ ਸੀ, ਪਰ ਫਿਰ ਵੀ ਦਿਲਾਵਰ ਖਾਨ ਜਦੋਂ ਉੱਥੋਂ ਚੱਲਿਆ ਸੀ, ਦਿਲਾਵਰ ਖਾਨ ਨੇ ਅੱਲਾਹ ਤਾਲਾ ਨੂੰ ਇੱਕ ਬੇਨਤੀ ਕੀਤੀ ਸੀ, ਐ ਮੇਰੇ ਅੱਲਾ, ਮੈਂ ਹੁਕਮ ਦਾ ਵੱਜਿਆ, ਮੈਨੂੰ ਹੁਕਮ ਤੇ ਪਵੇਗਾ ਮੰਨਣਾ, ਪਰ ਮੇਰੀ ਅੱਲਾ ਜੇ ਤੂੰ ਬੇਨਤੀ ਸੁਣਦਾ ਹੈ ਨਾ, ਐਨੀ ਮੇਰੇ ਤੇ ਰਹਿਮਤ ਕਰੀ ਮੇਰੇ ਅੱਲਾਹ ਤਾਲਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਨਾਲ ਮੇਰੀ ਸਾਹਮਣੇ ਮੁਲਾਕਾਤ ਨਾ ਹੋਵੇ, ਕਿਉਂਕਿ ਸਾਨੂੰ ਇੱਧਰੋਂ ਹਕੂਮਤ ਦਾ ਹੁਕਮ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਨਾਲ ਮੇਰੀ ਜਾਂ ਮੇਰੀ ਫੌਜ ਦੀ ਟੁਕੜੀ ਦਾ ਸਾਹਮਣਾ ਨਾ ਹੋਵੇ। ਇਹ ਅੱਲਾਹ ਤਾਲਾ ਨੂੰ ਬੇਨਤੀ ਕਰਕੇ ਉੱਥੋਂ ਤੁਰਿਆ ਸੀ। ਦਿੱਲੀ ਤੋਂ ਆਉਂਦੇ ਆਉਂਦੇ ਇਹ ਦਿਲਾਵਰ ਖਾਨ ਦੀ ਜਿਹੜੀ ਫੌਜ ਸੀ, ਇਹ ਵੀ ਮਾਛੀਵਾੜੇ ਦੇ ਜੰਗਲਾਂ ਕੋਲ ਪਹੁੰਚ ਗਈ ਸੀ। ਜਦ ਇਹ ਪਹੁੰਚੇ ਨੇ, ਇੱਧਰੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਸਭ ਨੂੰ ਤਾਰਦੇ ਤਾਰਦੇ ਇਹਨਾਂ ਨੂੰ ਫਿਰ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੂੰ ਇੱਕ ਘਰ ਦੇ ਵਿੱਚ ਪਨਾਹ ਮਿਲੀ ਹੈ, ਤੇ ਇੱਧਰੋਂ ਫੌਜਾਂ ਸੀ ਜਿਹੜੀਆਂ ਇਹ ਜੰਗਲ ਦਾ ਚੱਪਾ ਚੱਪਾ ਛਾਣਦੀਆਂ ਫਿਰਦੀਆਂ ਸਨ, ਪੂਰੇ ਦੇ ਪੂਰੇ ਘਰ-ਬਾਰ ਸਾਰੇ ਛਾਣਦੇ ਫਿਰਦੇ ਸਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੂੰ ਗਣੀ ਖਾਂ ਅਤੇ ਨਵੀ ਖਾਂ ਜਿਹੜੇ ਦੋ ਸਕੇ ਭਰਾ ਸੀ, ਇਹਨਾਂ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੂੰ ਆਪਣੇ ਘਰ ਦੇ ਵਿੱਚ ਅੰਦਰ ਰੱਖ ਕੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੀ ਸੇਵਾ ਕੀਤੀ ਹੈ, ਤੇ ਇਹਨਾਂ ਨੇ ਬਾਹਰੋਂ ਕੁੰਡਾ ਲਾ ਦਿੱਤਾ ਹੈ, ਅੰਦਰੋਂ ਵੀ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਕੁੰਡੀ ਲੱਗੀ ਹੋਈ ਹੈ। ਜਦ ਫੌਜਾਂ ਆਈਆਂ ਚੱਪਾ ਚੱਪਾ ਛਾਣਦੀਆਂ, ਇਹਨਾਂ ਦੇ ਘਰ ਦੀ ਛਾਣਬੀਨ ਕੀਤੀ ਹੈ। ਭਾਵੇਂ ਇਹ ਗਣੀ ਖਾਂ ਤੇ ਨਵੀ ਖਾਂ ਮਹਾਨਣ ਧਰਮ ਦੇ ਨਾਲ ਹੀ ਸੰਬੰਧ ਸਨ, ਪਰ ਫਿਰ ਵੀ ਜਿਹੜਾ ਮਨੁੱਖ ਬੁਰਾਈ ਤੇ ਉਤਰ ਆਵੇ ਉਹਦਾ ਕੋਈ ਆਪਣਾ ਨਹੀਂ ਹੁੰਦਾ। ਜਿਹੜਾ ਮਨੁੱਖ ਬੁਰਾ ਕਰਨ ਤੇ ਉਤਰ ਆਵੇ ਉਹਦਾ ਕੋਈ ਆਪਣਾ ਨਹੀਂ ਹੁੰਦਾ। ਇਹਨਾਂ ਦੇ ਘਰ ਦੀ ਤਲਾਸ਼ੀ ਲਈ ਗਈ, ਕੁੰਡਾ ਲੱਗਿਆ, ਦੇਖਿਆ, ਕਹਿਣ ਲੱਗੇ ਇੱਥੇ ਕੌਣ ਹੈ? ਤਾਂ ਇਹਨਾਂ ਨੂੰ ਅੱਗੋਂ ਜਵਾਬ ਮਿਲਿਆ ਸੀ ਕਿ ਇਸ ਕਮਰੇ ਦੇ ਵਿੱਚ ਤੇ ਸਾਡੇ 2 ਬੱਚੇ ਨੇ ਜਿਨ੍ਹਾਂ ਦੀ ਹਜੇ ਨਵੀਂ ਨਵੀਂ ਸ਼ਾਦੀ ਹੋਈ ਹੈ। ਵੱਖੋ ਵੱਖਰੇ ਧਰਮਾਂ ਦੇ ਵਿੱਚ, ਸਾਰੇ ਧਰਮਾਂ ਦੇ ਵਿੱਚ ਕੋਈ ਨਾ ਕੋਈ ਰੀਤ ਰਿਵਾਜ, ਕੋਈ ਮਰਿਆਦਾ ਹੁੰਦੀ ਹੈ। ਮਹਾਂਡਣ ਧਰਮ ਦੇ ਵਿੱਚ ਇਹ ਰੀਤ ਹੈ, ਰਿਵਾਜ ਹੈ ਕਿ ਜਦ ਕੋਈ ਬੱਚੇ ਨਵ ਵਿਆਹੇ ਹੋਣ ਤੇ ਉਹਨਾਂ ਦੇ ਦਰਵਾਜ਼ੇ ਦਾ ਕੋਈ ਕੁੰਡਾ ਨਹੀਂ ਖੜਕਾਉਂਦਾ। ਇਹ ਰਿਵਾਜ ਹੈ।
ਤੇ 5-7 ਸਾਲਾਂ ਦੇ ਬੱਚੇ ਨੂੰ ਸਭ ਤੋਂ ਪਹਿਲੀ ਵਿੰਦਿਆ ਉਹਨਾਂ ਦੇ ਅੰਦਰ 5 ਵਕਤ ਦੀ ਨਿਵਾਜ਼ ਬੱਚਿਆਂ ਨੂੰ ਸਿਖਾਈ ਜਾਂਦੀ ਹੈ। ਮਰਿਆਦਾ ਕਿ ਉਹਨਾਂ ਦੇ ਗੇਟ ਦਾ ਦਰਵਾਜ਼ੇ ਦਾ ਕੋਈ ਕੁੰਡਾ ਨਹੀਂ ਖੜਕਾਉਂਦਾ। ਫੌਜਾਂ ਉੱਥੋਂ ਚਲੀਆਂ ਗਈਆਂ, ਕਹਿੰਦੇ ਠੀਕ ਹੈ ਚਲੋ ਹੁਣ ਇਸ ਕਮਰੇ ਦਾ ਜਿਹੜਾ ਇਹ ਅਸੀਂ ਕੁੰਡਾ ਨਹੀਂ ਖੜਕਾਉਣਾ। ਇਹ ਮਰਿਆਦਾ ਦੇ ਵਿੱਚ ਹੈ। ਕੁੰਡੇ ਦਾ ਪੁਰਾਤਨ ਸਮਿਆਂ ਦੇ ਵਿੱਚ ਜਿਹੜਾ ਕਿਸੇ ਦੇ ਘਰ ਦਾ ਕੁੰਡਾ ਖੜਕਾਉਣਾ ਹੈ ਨਾ, ਇੱਕ ਬਹੁਤ ਵੱਡੀ ਮਰਿਆਦਾ ਦੇ ਵਿੱਚ ਆਉਂਦਾ ਹੁੰਦਾ ਸੀ। ਕਿਸੇ ਦੇ ਘਰ ਦਾ ਕੁੰਡਾ ਖੜਕਾਉਣਾ। ਚਲੋ ਆਪਾਂ ਇੱਧਰ ਨਹੀਂ ਜਾਵਾਂਗੇ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਚੱਪਾ ਚੱਪਾ ਜੰਗਲ ਦਾ ਅਤੇ ਘਰਾਂ ਦਾ ਛਾਣ ਮਾਰਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਤੋਂ ਨਾ ਮਿਲੇ। ਅਕਸਰ ਗਣੀ ਖਾਂ ਤੇ ਨਬੀ ਖਾਂ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ 5 ਪਿਆਰਿਆਂ ਦੇ ਵਿੱਚੋਂ ਕੁਝ 94 ਸਿੰਘ ਗੁਰੂ ਸਾਹਿਬ ਜੀ ਮਹਾਰਾਜ ਦੇ ਨਾਲ ਨੇ। ਇਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਇੱਕ ਪਲੰਘ 'ਤੇ ਬਿਠਾ ਕੇ ਉੱਚ ਦਾ ਪੀਰ ਬਣਾ ਕੇ ਇੱਥੋਂ ਆਪਣੇ ਘਰੋਂ ਗੁਰੂ ਸਾਹਿਬ ਜੀ ਮਹਾਰਾਜ ਜੀ ਜਾਂਦੇ ਨੇ। ਅੱਗਿਓਂ ਖੜਾ ਸੀ ਦਿਲਾਵਰ ਖਾਨ। ਕੁਝ ਕੁ ਸਮੇਂ 'ਤੇ ਜਾ ਕੇ ਦਿਲਾਵਰ ਖਾਨ ਦੇ ਨਾਲ ਸਾਹਮਣਾ ਹੋ ਗਿਆ ਸੀ। ਜਦ ਦਿਲਾਵਰ ਖਾਨ ਨੇ ਪੁੱਛਿਆ, ਕਹਿਣ ਲੱਗੇ ਜੀ ਇਹ ਕੌਣ ਨੇ? ਤਾਂ ਗਣੀ ਖਾਂ ਤੇ ਨਵੀ ਖਾਂ ਕਹਿਣ ਲੱਗੇ ਜੀ ਸਾਡੇ ਉੱਚ ਦੇ ਪੀਰ ਨੇ, ਉੱਚ ਦੇ ਪੀਰ ਨੇ। ਆਪ ਜੀ ਨੂੰ ਪਤਾ ਹੋਵੇ ਕਿ ਇਹ ਜਿਹੜਾ ਪੀਰ ਦਾ ਸੀ ਦਰ ਹੁੰਦਾ ਸੀ, ਜਿਹੜਾ ਉਹ 'ਤੇ ਰਹਿਣ ਵਾਲੇ ਹੁੰਦੇ ਸਨ, ਹੁਕਮ ਚਲਾਉਣ ਵਾਲੇ, ਉਹਨੂੰ ਉੱਚ ਦਾ ਪੀਰ ਕਿਹਾ ਜਾਂਦਾ ਸੀ। ਪਾਕਿਸਤਾਨ ਦੇ ਵਿੱਚ, ਬਹਾਵਲਪੁਰ ਦੇ ਵਿੱਚ ਜਾਂ ਹੋਰ ਬੜੀਆਂ ਜਗ੍ਹਾ 'ਤੇ ਹਜੇ ਤੱਕ ਵੀ ਜਗ੍ਹਾ ਐਸੀਆਂ ਨੇ ਜਿੱਥੇ ਉੱਚ ਦਾ ਪੀਰ, ਉੱਚੀ ਜਗ੍ਹਾ 'ਤੇ ਰਹਿਣ ਵਾਲੇ ਨੂੰ ਪੀਰ ਕਿਹਾ ਜਾਂਦਾ ਸੀ, ਜਿਹੜੇ ਪੀਰ ਦੀ ਪੂਜਾ ਕਰਦੇ ਸਨ। ਇਹ ਜਦ ਕਹਿਣ ਲੱਗੇ ਜੀ, ਦਿਲਾਵਰ ਖਾਨ ਕਹਿਣ ਲੱਗਿਆ ਉੱਚ ਦਾ ਪੀਰ ਨੇ, ਸਾਡੇ ਉੱਚ ਦੇ ਪੀਰ ਨੇ। ਕਹਿਣ ਲੱਗੇ ਠੀਕ ਹੈ ਚਲੋ, ਕਹਿੰਦੇ ਸਨਾਖਤ ਤੇ ਕਰਨੀ ਪਵੇਗੀ, ਕਿਉਂਕਿ ਦਿਲਾਵਰ ਖਾਨ ਵੀ ਜਿਹੜਾ ਸੀ ਇਹ ਵੀ ਹੁਕਮ ਦਾ ਵੱਜਿਆ ਹੋਇਆ ਸੀ। ਤੇ ਨੇੜਲੇ ਪਿੰਡ ਦੇ ਵਿੱਚੋਂ ਨੂਰ ਮੁਹੰਮਦ ਨੂੰ ਸੱਦਿਆ ਗਿਆ ਸਨਾਖਤ ਕਰਨ ਵਾਸਤੇ। ਨੂਰ ਮੁਹੰਮਦ ਨੂੰ ਸਨਾਖਤ ਕਰਨ ਵਾਸਤੇ ਕਿ ਕੌਣ ਨੇ ਸੱਦਿਆ ਗਿਆ। ਉੱਥੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚ ਦਾ ਪੀਰ ਬਣੇ ਸੀ, ਉਹਨਾਂ ਨੂੰ ਕਹਿਣ ਲੱਗੇ ਵੀ ਤੁਸੀਂ ਇੱਥੇ ਉਤਰ ਕੇ ਭੋਜਨ ਛਕੋ। ਤੇ ਫਿਰ ਉਹਨਾਂ ਗਣੀ ਖਾਂ ਤੇ ਨਵੀ ਖਾਂ ਨੇ ਕਿਹਾ ਸੀ, ਕਹਿਣ ਲੱਗੇ ਇਹਨਾਂ ਨੇ ਰੋਜ਼ੇ ਰੱਖੇ ਹੋਏ ਨੇ, ਇਹ ਭੋਜਨ ਨਹੀਂ ਛਕਣਗੇ। ਚਲੋ ਇਹਨਾਂ ਨੇ ਨਹੀਂ ਛਕਣਾ ਤੇ ਤੁਸੀਂ ਤੇ ਭੋਜਨ ਛਕੋ ਸਾਰੇ ਜਾਣੇ। ਨੂਰ ਮੁਹੰਮਦ ਵੀ ਉੱਥੇ ਹੈ, ਦਿਲਾਵਰ ਖਾਨ ਵੀ ਉੱਥੇ ਹੈ, ਸਨਾਖਤ ਹੋ ਰਹੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਕਹਿਣ ਲੱਗੇ, ਮਹਾਰਾਜ ਤੁਸੀਂ ਤੇ ਰੋਜ਼ਿਆਂ ਦੇ ਪੱਖ ਤੋਂ ਨਿਕਲ ਗਏ ਹੋ, ਪਰ ਸਾਡੇ ਵਾਸਤੇ ਕੀ ਹੈ? ਕਿਉਂਕਿ ਉਹਨਾਂ ਨੇ ਭੋਜਨ ਉਹ ਤਿਆਰ ਕੀਤਾ ਸੀ ਜਿਹੜਾ ਭੋਜਨ ਇਹ ਮਹਾਂਡਨ ਧਰਮ ਦੇ ਲੋਕ ਖਾਂਦੇ ਸਨ। ਸੋ ਇਤਿਹਾਸਕਾਰਾਂ ਨੇ ਇਹਦੇ ਵਿੱਚ ਵੱਖੋ ਵੱਖਰੀ ਜਿਹੜੀ ਹੈ ਆਪਣੇ ਤੱਥ ਪੇਸ਼ ਕੀਤੇ ਨੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਕਹਿਣ ਲੱਗੇ, ਮਹਾਰਾਜ ਸਾਡੇ ਵਾਸਤੇ ਕੀ ਹੈ? ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਉੱਥੇ ਆਪਣੀ ਸ੍ਰੀ ਸਾਹਿਬ ਕੱਢ ਕੇ ਫੜਾਈ ਸੀ ਸਿੰਘਾਂ ਨੂੰ। ਕਹਿਣ ਲੱਗੇ ਜਦ ਤੁਸੀਂ ਭੋਜਨ ਛਕੋਗੇ ਤੇ ਇਹ ਭੋਜਨ ਦੇ ਵਿੱਚ ਤੁਸੀਂ ਸ੍ਰੀ ਸਾਹਿਬ ਭੇਟ ਕਰ ਲੈਣੀ, ਕਿਉਂਕਿ ਉਹਨਾਂ ਨੇ ਧਰਮ ਦੇ ਮੁਤਾਬਕ ਭੋਜਨ ਹੋਰ ਤਿਆਰ ਕੀਤਾ ਹੋਇਆ ਸੀ, ਸ੍ਰੀ ਸਾਹਿਬ ਭੇਟ ਕਰ ਲੈਣੀ। ਕਹਿਣ ਲੱਗੇ ਜੀ 7 ਵਚਨ। ਉਹ ਜਦੋਂ ਭੋਜਨ ਛਕਣ ਲੱਗੇ ਤੇ ਉਹ ਭੋਜਨ ਦੇ ਵਿੱਚ ਸ੍ਰੀ ਸਾਹਿਬ ਭੇਟ ਕੀਤੀ ਹੈ ਸਿੰਘਾਂ ਨੇ। ਜਦ ਸ੍ਰੀ ਸਾਹਿਬ ਭੇਟ ਕੀਤੀ, ਨੂਰ ਮੁਹੰਮਦ ਨੇ ਪੁੱਛਿਆ, ਕਹਿਣ ਲੱਗੇ ਕੀ ਕਾਰਨ? ਕਹਿੰਦੇ ਜੀ ਸਾਡੇ ਉੱਚ ਦੇ ਪੀਰ ਦਾ ਹੁਕਮ ਹੈ ਕਿ ਜਦੋਂ ਤੁਸੀਂ ਭੋਜਨ ਛਕ ਲੈਣਾ ਹੈ, ਪਹਿਲਾਂ ਇਹ ਭੋਜਨ ਦੇ ਵਿੱਚ ਤੁਸੀਂ ਭੇਟ ਕਰ ਲੈਣੀ ਹੈ, ਬਾਅਦ ਦੇ ਵਿੱਚ ਭੋਜਨ ਛਕਣਾ। ਕਹਿੰਦੇ ਠੀਕ ਹੈ। ਕਹਿੰਦੇ ਜੋ ਤੁਹਾਡੇ ਉੱਚ ਦੇ ਪੀਰ ਨੇ ਹੁਕਮ ਕੀਤਾ ਤੁਸੀਂ ਮੰਨੋ, ਪਰ ਸਨਾਖਤ ਕਰਨਾ ਸਾਡਾ ਫਰਜ਼ ਹੈ। ਸ੍ਰੀ ਸਾਹਿਬ ਭੇਟ ਕਰਕੇ ਉੱਥੇ ਜਿਹੜਾ ਭੋਜਨ ਤਿਆਰ ਕੀਤਾ ਸੀ, ਗਣੀ ਖਾਂ, ਨਵੀ ਖਾਂ ਤੇ ਸਾਰੇ ਸਿੰਘਾਂ ਨੇ ਭੋਜਨ ਛਕਿਆ। ਉੱਥੋਂ
ਔਰ ਆਪ ਜੀ ਜਾਂਦੇ ਹੋਵੋਗੇ ਕਦੇ ਦਰਸ਼ਨ ਦੀਦਾਰੇ ਸੰਗਤਾਂ ਨੇ ਕੀਤੇ ਹੋਣੇ ਹੈ। ਮਾਛੀਵਾੜੇ ਸਾਹਿਬ ਦੇ ਇਹ ਜੰਗਲਾਂ ਦੇ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦਾ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਕਿਰਪਾਨ ਭੇਟ। ਕਿਰਪਾਨ ਭੇਟ, ਕਿਰਪਾਨ ਭੇਟ ਗੁਰਦੁਆਰਾ ਸਾਹਿਬ ਦਾ ਨਾਮ ਹੈ, ਜਿੱਥੋਂ ਸਿੱਖ ਧਰਮ ਦੇ ਵਿੱਚ ਦੇਗ ਨੂੰ, ਭੋਜਨ ਨੂੰ, ਜੋ ਸੰਗਤਾਂ ਵਾਸਤੇ ਲੰਗਰ ਤਿਆਰ ਕੀਤਾ ਹੈ, ਪ੍ਰਸ਼ਾਦ ਤਿਆਰ ਕੀਤਾ ਹੈ, ਉਸ ਵਾਸਤੇ ਕਿਰਪਾਨ ਭੇਟ ਉੱਥੋਂ ਸ਼ੁਰੂ ਹੋਈ ਸੀਗੀ ਕਿ ਕਿਰਪਾਨ ਭੇਟ ਕਰਕੇ ਫਿਰ ਸਿੱਖ ਨੇ ਅਰਦਾਸ ਕਰਕੇ ਭੋਜਨ ਛਕਣਾ। ਇਹ ਕਿਰਪਾਨ ਭੇਟ ਤਾਂ ਕੀਤੀ ਜਾਂਦੀ ਹੈ। ਉਸ ਦਿਨ ਤੋਂ ਲੈ ਕੇ ਇਹ ਕਿਰਪਾਨ ਭੇਟ ਚੱਲੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੋਂ ਉੱਚ ਦਾ ਪੀਰ ਬਣ ਕੇ ਦਿਲਾਵਰ ਖਾਨ ਨੂੰ, ਕਿਉਂਕਿ ਉੱਚ ਦੇ ਪੀਰ ਦੇ ਵਿੱਚ ਆਪ ਜੀ ਜਾਣੀ ਜਾਣ ਹੋ ਕਿ ਸਾਰੇ ਧਰਮਾਂ ਦੇ ਵਿੱਚ ਜਿਹੜੇ ਕੇਸ ਸੀਗੇ, ਦਾੜਾ ਸੀ, ਇਹ ਰੱਖੇ ਹੁੰਦੇ ਸਨ। ਆਪ ਜੀ ਮੁਹੰਮਦ ਸਾਹਿਬ ਦਾ ਜੀਵਨ ਤੱਕ ਲਓ, ਪੜ੍ਹ ਲਓ, ਭਗਵਾਨ ਕ੍ਰਿਸ਼ਨ ਨੂੰ ਪੜ੍ਹੋ, ਰਾਮ ਜੀਆਂ ਦਾ ਜੀਵਨ ਤੱਕੋ, ਜਿਹੜੇ ਮਰਜੀ ਯੁੱਗ ਦੇ ਅਵਤਾਰੀ ਪੁਰਖ ਦਾ, ਉਹਨਾਂ ਦੇ ਭਗਤਾਂ ਦਾ ਜੀਵਨ ਤੱਕੋ। ਹਰ ਇੱਕ ਦੇ ਜਿਹੜੇ ਕੇਸ ਸੀਗੇ ਦਾੜੇ ਦੇ ਔਰ ਸਿਰ ਦੇ, ਇਹ ਬੜੇ ਅਦਬ ਤੇ ਸਤਿਕਾਰ ਦੇ ਨਾਲ ਸਾਂਭ ਸੰਭਾਲ ਕੇ ਇਹਨਾਂ ਤੇ ਦਸਤਾਰੇ ਸਜਾਏ ਹੁੰਦੇ ਸਨ। ਬੜੇ ਅਦਬ ਸਤਿਕਾਰ ਦੇ ਨਾਲ ਇਹ ਰੱਖ ਤੋਂ ਉੱਚ ਦਾ ਪੀਰ ਬਣ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦ ਨਿਕਲ ਲੱਗੇ ਤੇ ਦਿਲਾਵਰ ਖਾਨ ਨੂੰ ਫਿਰ ਨੂਰ ਮੁਹੰਮਦ ਨੇ ਕਿਹਾ ਸੀ, ਐ ਦਿਲਾਵਰ ਖਾਨ ਹੁਣ ਸਨਾਖਤ ਤੇ ਤੂੰ ਕਰ ਲਈ ਹੈ, ਪਰ ਜਿਹੜੀਆਂ ਦਿੱਲੀ ਤੋਂ 500 ਮੋਹਰਾਂ ਸੁੱਖ ਕੇ ਚੱਲਿਆ ਸੀ, ਹੁਣ ਉੱਚ ਦੇ ਪੀਰ ਦੀਆਂ ਇਹਨਾਂ ਦੀਆਂ ਰੱਖ। ਤਸੱਲੀ ਹੋ ਗਈ ਦਿਲਾਵਰ ਖਾਨ ਦੀ। ਗਜਬ ਦੇ ਉੱਚ ਦੇ ਪੀਰ ਨੇ, ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਦੇ ਨਾਲ ਇਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਦਿੱਲੀ ਤੋਂ ਕੀ ਕਹਿ ਕੇ ਚੱਲਿਆ ਸੀ। ਫਿਰ ਉਹ 500 ਮੋਹਰਾਂ ਦਿਲਾਵਰ ਖਾਨ ਨੇ ਉੱਚ ਦੇ ਪੀਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਭੇਟ ਕੀਤੀਆਂ ਸੀ। ਨੂਰ ਮੁਹੰਮਦ ਨੇ ਕਿਹਾ ਸੀ, ਸ਼ੁਕਰ ਕਰ ਅੱਲਾ ਦਾ ਕਿ ਤੂੰ ਇਹਨਾਂ ਦੀ ਸਨਾਖਤ ਕਰਦਾ ਸੀ, ਤੈਨੂੰ ਉੱਚ ਦੇ ਪੀਰ ਨੇ ਕੋਈ ਬਚਨ ਨਾ ਕਰ ਦਿੱਤੇ, ਸ਼ੁਕਰ ਕਰ ਤੂੰ ਅੱਲਾ ਦਾ। ਕਹਿੰਦੇ ਠੀਕ ਹੈ। ਇੱਥੋਂ ਉੱਚ ਦਾ ਪੀਰ ਬਣ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਿਕਲੇ ਨੇ। ਔਰ ਇਹ ਜਿਹੜੀ ਕਿਰਪਾਨ ਭੇਟ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦਾ ਗੁਰਦੁਆਰਾ ਸਾਹਿਬ ਬੜੇ ਸੁਚੱਜੇ ਢੰਗ ਦੇ ਨਾਲ ਉੱਥੇ ਅੱਜ ਬਣਿਆ ਹੋਇਆ। ਆਪ ਸੰਗਤਾਂ ਦੀ ਦਰਸ਼ਨ ਦੀਦਾਰੇ ਕਰਦੇ ਹੋ। ਇਹ ਸਿੱਖ ਦਾ ਫਰਜ਼ ਹੈ ਕਿ ਜਦ ਵੀ ਭੋਜਨ ਛਕੇ, ਜਦ ਵੀ ਗੁਰੂ ਸਾਹਿਬ ਜੀ ਮਹਾਰਾਜ ਦਾ ਪ੍ਰਸ਼ਾਦ ਛਕੇ, ਤੇ ਪਹਿਲੇ ਇਹ ਕਿਰਪਾ ਜਮਾ ਆਣ ਕਿਰਪਾਨ ਭੇਟ ਕਰਦਾ ਉਸ ਨੂੰ। ਸੋ ਬਹੁਤੀ ਜਗ੍ਹਾ ਤੇ ਜਿਹੜਾ ਹੈਗਾ ਸਾਡੇ ਗੁਰਦੁਆਰਿਆਂ ਦੇ ਵਿੱਚ ਇਹ ਦੇਗ ਨੂੰ ਕਿਰਪਾਨ ਭੇਟ ਨਹੀਂ ਕਰਦੇ। ਕਹਿੰਦੇ ਜੀ ਮੌਕੇ 'ਤੇ ਕੀ ਕਰਨੀ ਹੁੰਦੀ ਹੈ, ਕਈ ਮਗਰੋਂ ਕਰ ਦਿੰਦੇ ਨੇ, ਕਈ ਕਰਦੇ ਹੀ ਨਹੀਂ, ਨਾ ਲੰਗਰ ਨੂੰ ਕਿਰਪਾਨ ਭੇਟ ਕਰਦੇ ਨੇ। ਪਰ ਹੁਣ ਤੇ ਹੋਰ ਹੀ ਮਰਿਆਦਾ ਬਣ ਗਈਆਂ। ਕੋਈ ਕਹਿੰਦਾ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਕੋਲੇ ਘੜਾ ਪਾਣੀ ਦਾ ਨਹੀਂ ਰੱਖਣਾ ਚਾਹੀਦਾ, ਕੋਈ ਕਹਿੰਦਾ ਜੀ ਜੋਤ ਨਹੀਂ ਜਗਾਉਣੀ ਚਾਹੀਦੀ, ਹੋਰ ਤੇ ਹੋਰ। ਕਈ ਤਾਂ ਵਿਚਾਰੇ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਦੀਆਂ ਜਿਹੜੀਆਂ ਬਾਣੀਆਂ ਨੇ, ਇਹਦੇ ਵਿੱਚ ਜਿਹੜਾ ਹੈਗਾ ਚੌਪਈ ਸਾਹਿਬ ਦਾ ਪਾਠ ਹੀ ਨਹੀਂ ਕਰਨਾ ਚਾਹੀਦਾ। ਆ ਨਵੇਂ ਜਮਾਨੇ ਦੇ ਹੁਣ ਗੁਟਕੇ ਛਪਦੇ ਨੇ ਇਹਨਾਂ ਬਾਹਲੇ ਵੱਡੇ ਵਿਦਵਾਨਾਂ ਦੇ, ਇਹਨਾਂ ਗੁਟਕਿਆਂ ਦੇ ਵਿੱਚੋਂ ਇਹਨਾਂ ਨੇ ਚੌਪਈ ਸਾਹਿਬ ਹੀ ਕੱਢ ਦਿੱਤੀ। ਪਤਾ ਨਹੀਂ ਕਿਹਦੇ ਸਿੱਖ ਨੇ ਇਹ, ਕਿੱਥੋਂ ਇਹੋ ਜਿਹੇ ਆਏ ਨੇ ਜਿਹੜੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੀ ਮਰਿਆਦਾ ਨੂੰ ਹੀ ਤੋੜਦੇ ਆਉਂਦੇ ਨੇ ਦਿਨੋਂ ਦਿਨ। ਤੋ ਇਹ ਜਿਹੜੀ ਮਰਿਆਦਾ ਜਿਹੜੀ ਬਣੀ ਹੈ ਪੁਰਾਤਨ ਸਮੇਂ ਤੋਂ ਲੈ ਕੇ ਅਜੋਕੇ ਸਮੇਂ ਦੇ ਵਿੱਚ ਕਿਸੇ ਵੀ ਮਨੁੱਖ ਦਾ ਇੰਨਾ ਬੁੱਧੀ ਕੰਮ ਨਹੀਂ ਕਰ ਸਕਦੀ ਜਿੰਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਉਹਨਾਂ ਸਮਿਆਂ ਦੇ ਵਿੱਚ ਕਰਦੀ ਸੀ। ਭਾਵੇਂ ਜੰਗ ਲੜਦੇ ਸਨ, ਯੁੱਧ ਲੜਦੇ ਸਨ, ਪਰਿਵਾਰ ਖੇਰੂ ਹੋਇਆ, ਸਭ ਕੁਝ ਹੋਇਆ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਜਿਹੜੀ ਸੋਚ ਸੀ ਉਹਦੇ ਤੱਕ ਨੇੜੇ ਤੇੜੇ ਤੱਕ ਵੀ ਨਹੀਂ ਕੋਈ ਪਹੁੰਚ ਸਕਦਾ। ਤਾਂ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਇਹ ਜਿੰਨੀ ਮਰਿਆਦਾ ਬਣਾਈ ਹੈ, ਬੜੇ ਸੁਚੱਜੇ ਢੰਗ ਦੇ ਨਾਲ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਸਾਡੇ ਵਾਸਤੇ ਤਿਆਰ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੋਂ ਮਾਛੀਵਾੜੇ ਦੇ ਵਿੱਚੋਂ ਨਿਕਲ ਕੇ ਗੁਰੂ ਸਾਹਿਬ ਜੀ ਮਹਾਰਾਜ ਰਾਏ ਕੱਲੇ ਦੇ ਕੋਲ ਪਹੁੰਚਦੇ ਹਨ। ਸਫ਼ਰ ਤੈਅ ਕਰਦੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ, ਫਿਰ ਰਾਏ ਕੱਲੇ ਦੇ ਕੋਲ ਆ ਕੇ
ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਅਨੇਕਾਂ ਤਰ੍ਹਾਂ ਦੇ ਅਗਾਹਾਂ ਜਾ ਕੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਜਿੰਨੀ ਵਾਰਤਾ ਵਿਸਥਾਰ ਦੇ ਨਾਲ ਉਹ ਪਤਾ ਲੱਗਣੀ, ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਬਚਨ ਕਰਨੇ, ਸਾਰੀਆਂ ਸੰਗਤਾਂ ਸਮੇਂ ਸਮੇਂ ਦੇ ਨਾਲ ਆਪਾਂ ਸਰਵਣ ਕਰਦੇ ਚੱਲਾਂਗੇ। ਭੁੱਲਾਂ ਚੁੱਕਾਂ ਦੀ ਖਿਮਾ, ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਮਾਪਤੀ ਦਾ ਟਾਈਮ, ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।